ਪਿਛਲੇ ਦਿਨੀ WhatsApp ਵਾਲਿਆਂ ਨੇ ਆਪਣੀ ਇੱਕ ਨਵੀਂ ਪ੍ਰਾਈਵੇਸੀ ਪਾਲਿਸੀ ਲਿਆਂਦੀ ਸੀ। ਇਸ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸਾਰੇ ਪਾਸੇ ਬਹੁਤ ਰੌਲਾ ਪਿਆ। ਪੂਰੀ ਦੁਨੀਆ ਵਿੱਚ ਹਾਹਾਕਾਰ ਮਚ ਗਈ ਸੀ ਤੇ WhatsApp ਵਾਲਿਆਂ ਨੂੰ ਇਸੇ ਕਰਕੇ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਹੁਣ 3 ਮਹੀਨੇ ਲਈ ਟਾਲਣੀ ਪੈ ਗਈ ਹੈ। ਹੁਣ WhatsApp ਆਪਾਂ ਸਾਰੇ ਚਲਾਉਂਦੇ ਹਾਂ, ਸਾਰੀ ਦੁਨੀਆ ਹੁਣ ਤਾਂ WhatsApp ਵਰਤਦੀ ਹੈ। ਅਜਿਹੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ WhatsApp ਵਾਲਾ ਇਹ ਮਸਲਾ ਕੀ ਸੀ ਅਤੇ ਅੱਗੇ ਇਹਦਾ ਕੀ ਖਤਰਾ ਹੋ ਸਕਦਾ ਹੈ। ਇਸ ਮਾਮਲੇ ਦੀ ਪੂਰੀ ਵੱਡੀ ਤਸਵੀਰ ਕੀ ਹੈ? ਮਸਲਾ ਸਿਰਫ WhatsApp ਦਾ ਹੀ ਨਹੀਂ, ਮਸਲਾ ਬਾਕੀ ਐਪਲੀਕੇਸ਼ਨਸ ਅਤੇ ਬਾਕੀ ਕੰਪਨੀਆਂ ਦਾ ਵੀ ਹੈ। ਕਿਉਂ WhatsApp ਵਰਗੀਆਂ ਕੰਪਨੀਆਂ ਆਪਣੀ ਮਨਮਰਜ਼ੀ ਦੇ ਨਾਲ ਪਾਲਿਸੀਜ਼ ਬਣਾ ਕੇ ਲੋਕਾਂ ਨੂੰ ਸਹਿਮਤ ਹੋਣ ਲਈ ਮਜਬੂਰ ਕਰ ਰਹੀਆਂ ਨੇ? ਇਸ ਲਈ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਆਓ ਅੱਜ ਦੇ ਐਪੀਸੋਡ ਵਿੱਚ ਸਮਝਦੇ ਹਾਂ ਕਿ ਪ੍ਰਾਈਵੇਸੀ ਪਾਲਿਸੀਜ਼ ਕੰਪਨੀਆਂ ਕਿਉਂ ਬਣਾਉਂਦੀਆਂ ਅਤੇ ਲੋਕਾਂ ਉੱਤੇ ਕਿਉਂ ਥੋਪ ਰਹੀਆਂ, ਕਿਉਂਕਿ ਇਹ ਗੱਲ ਛੋਟੀ ਨਹੀਂ, ਬਹੁਤ ਵੱਡੀ ਹੈ। ਸੋ ਤੁਸੀਂ ਸਾਰਿਆਂ ਨੇ ਨੋਟ ਕੀਤਾ ਹੋਣਾ ਕਿ ਪਿਛਲੇ ਦਿਨੀ ਸਾਰਿਆਂ ਦੇ WhatsApp ਦੇ ਉੱਪਰ ਇੱਕ ਨੋਟੀਫਿਕੇਸ਼ਨ ਆ ਰਹੀ ਸੀ ਕਿ WhatsApp ਨੇ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਲਿਆਂਦੀ ਹੈ। ਇਸ ਪ੍ਰਾਈਵੇਸੀ ਪਾਲਿਸੀ ਸੰਬੰਧੀ ਸਾਰਿਆਂ ਨੂੰ ਨੋਟੀਫਿਕੇਸ਼ਨ ਵੀ ਆ ਗਿਆ ਸੀ ਅਤੇ ਸਾਰਿਆਂ ਨੂੰ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਹਦੇ ਨਾਲ ਆਪਣੀ ਸਹਿਮਤੀ ਦੇਵੋ, ਐਗਰੀ ਦਾ ਬਟਨ ਦਬਾਓ। ਹੁਣ ਇਸ ਬਾਰੇ ਖਾਸ ਨੋਟ ਕਰਨ ਵਾਲੀ ਅਤੇ ਸ਼ੰਕਾ ਖੜਾ ਕਰਨ ਵਾਲੀ ਇਹ ਗੱਲ ਸੀ ਕਿ ਜਦੋਂ ਇਹ ਨੋਟੀਫਿਕੇਸ਼ਨ ਸਾਰਿਆਂ ਦੇ ਮੋਬਾਈਲ ਉੱਪਰ ਆਇਆ ਤਾਂ ਸਿਰਫ ਐਗਰੀ ਦਾ ਬਟਨ ਹੀ ਹੇਠਾਂ ਲਿਖਿਆ ਸੀ, ਯਾਨੀ ਸਹਿਮਤ ਹੋ ਇਸੇ ਦਾ ਬਟਨ ਆ ਰਿਹਾ ਸੀ। ਡਿਸਐਗਰੀ ਜਾਂ ਸਹਿਮਤ ਨਾ ਹੋਣ ਦੀ ਕੋਈ ਆਪਸ਼ਨ ਲੋਕਾਂ ਨੂੰ ਦਿੱਤੀ ਨਹੀਂ ਜਾ ਰਹੀ ਸੀ। ਤੇ ਜੇ ਇਸ ਨੋਟੀਫਿਕੇਸ਼ਨ ਨੂੰ ਬੰਦ ਵੀ ਕਰਨਾ ਸੀ ਤਾਂ ਕ੍ਰੋਸ ਦਾ ਜੋ ਬਟਨ ਸੀ ਉਹ ਵੀ ਸਕਰੀਨ ਦੇ ਉੱਪਰ ਬਹੁਤ ਛੋਟਾ ਜਿਹਾ ਬਣਾ ਕੇ ਦਿਖਾਇਆ ਗਿਆ ਸੀ। ਬਹੁਤੇ ਲੋਕਾਂ ਨੇ ਇਹਨੂੰ ਆਪਣੀ ਸਹਿਮਤੀ ਨਹੀਂ ਦਿੱਤੀ, ਐਗਰੀ ਦਾ ਬਟਨ ਨਹੀਂ ਦਬਾਇਆ। ਇਸ ਚੀਜ਼ ਦੇ ਨਾਲ ਸਹਿਮਤ ਹੋਣ ਦੇ ਲਈ WhatsApp ਨੂੰ ਆਪਣਾ ਐਗਰੀਮੈਂਟ ਦੇਣ ਦੇ ਲਈ ਲੋਕਾਂ ਨੂੰ 8 ਫਰਵਰੀ 2021 ਤੱਕ ਦਾ ਸਮਾਂ ਦਿੱਤਾ ਗਿਆ ਸੀ। ਯਾਨੀ 8 ਫਰਵਰੀ ਤੋਂ ਪਹਿਲਾਂ ਤੁਸੀਂ ਇਹਦੇ ਨਾਲ ਐਗਰੀ ਕਰ ਲਓ, ਨਹੀਂ ਤਾਂ ਬਾਅਦ ਵਿੱਚ WhatsApp ਤੁਹਾਡੇ ਮੋਬਾਈਲ 'ਤੇ ਬੰਦ ਵੀ ਹੋ ਸਕਦਾ। ਇਹ ਉਸ ਵੇਲੇ ਕਿਹਾ ਜਾ ਰਿਹਾ ਸੀ। ਪਰ ਜਦੋਂ ਇਸ ਪ੍ਰਾਈਵੇਸੀ ਪਾਲਿਸੀ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ, ਪੂਰੀ ਦੁਨੀਆ 'ਚ ਹਾਹਾਕਾਰ ਮਚ ਗਈ, ਇਹਦੇ ਸੰਬੰਧੀ ਬਹੁਤ ਰੌਲਾ ਪਿਆ, ਤਾਂ WhatsApp ਵਾਲਿਆਂ ਨੂੰ ਇਸ ਪਾਲਿਸੀ ਨੂੰ, ਇਸ ਤਰੀਕ ਨੂੰ 3 ਮਹੀਨੇ ਅੱਗੇ ਪਾਉਣਾ ਪਿਆ। ਹੁਣ 15 ਮਈ ਤੱਕ ਇਸ ਪਾਲਿਸੀ ਨੂੰ ਟਾਲ ਦਿੱਤਾ ਗਿਆ, ਯਾਨੀ ਕਿਸੇ ਨੂੰ ਵੀ WhatsApp ਦੀ ਪਾਲਿਸੀ ਬਦਲਣ ਬਾਰੇ ਸਹਿਮਤੀ ਦੇਣ ਲਈ ਨਹੀਂ ਕਿਹਾ ਜਾਊਗਾ। WhatsApp ਜਿੱਦਾਂ ਹੈ ਉੱਦਾਂ ਹੀ ਚੱਲਦੀ ਰਹੂਗੀ 3 ਮਹੀਨੇ ਤੱਕ, 15 ਮਈ ਤੱਕ। ਹੁਣ ਇਹ ਸਮਝਣਾ ਬਣਦਾ ਹੈ ਕਿ ਪ੍ਰਾਈਵੇਸੀ ਪਾਲਿਸੀ ਕੀ ਚੀਜ਼ ਸੀ ਜਿਹਦੇ ਬਾਰੇ ਇੰਨਾ ਰੌਲਾ ਪਿਆ ਅਤੇ ਇਹਨੂੰ 3 ਮਹੀਨੇ ਤੱਕ ਟਾਲਣਾ ਪਿਆ। ਦਰਅਸਲ WhatsApp ਵਾਲਿਆਂ ਨੇ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਲਿਆਂਦੀ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਰ ਇੱਕ ਵਰਤੋਂਕਾਰ, ਹਰ ਇੱਕ ਯੂਜ਼ਰ ਦਾ, ਹਰ ਇੱਕ ਬੰਦੇ ਦਾ ਜੋ WhatsApp ਚਲਾਉਂਦਾ ਉਹਦਾ ਡੇਟਾ ਜਿਹੜਾ ਆ, ਉਹਦੇ ਕੁਝ ਹਿੱਸੇ WhatsApp ਵਾਲੇ ਹੋਰਨਾਂ ਥਾਵਾਂ ਉੱਤੇ ਵਰਤ ਸਕਦੇ ਆ, ਜਿਵੇਂ ਕਿ Facebook, ਮੈਸੇਂਜਰ, ਇੰਸਟਾਗ੍ਰਾਮ ਜਾਂ ਹੋਰ ਕਿਤੇ ਵੀ ਉਹਨਾਂ ਨੂੰ ਲੋੜ ਪੈਂਦੀ ਤਾਂ ਉਹ ਵਰਤ ਸਕਦੇ ਆ, ਕਿਉਂਕਿ ਇਹ ਸਾਰੀਆਂ ਕੰਪਨੀਆਂ ਜਿਨ੍ਹਾਂ ਦੇ ਮੈਂ ਹੁਣੇ ਨਾਂ ਦੱਸੇ ਇਹ WhatsApp ਦੇ ਨਾਲ ਹੀ ਸੰਬੰਧਿਤ ਆ। ਇੱਕੋ ਹੀ ਛੱਤ ਦੇ ਹੇਠਾਂ ਇਹ ਸਾਰੇ ਕੰਮ ਕਰਦੇ ਆ। ਹੁਣ ਕਿਸੇ ਵੀ ਬੰਦੇ ਨੂੰ ਜੇ ਤੁਸੀਂ ਇਹ ਕਹੋਗੇ ਕਿ ਤੇਰੀਆਂ ਫੋਟੋਜ਼, ਤੇਰਾ ਡੇਟਾ, ਤੇਰੇ ਡਾਕੂਮੈਂਟਸ ਅਸੀਂ ਕਿਤੇ ਹੋਰ ਸ਼ੇਅਰ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ, ਤਾਂ ਸੁਭਾਵਿਕ ਹੈ ਕਿ ਬੰਦਾ ਪਰੇਸ਼ਾਨ ਹੋਊਗਾ, ਉਹਨੂੰ ਥੋੜ੍ਹੀ ਟੈਨਸ਼ਨ ਤਾਂ ਹੋਊਗੀ। ਸੋ ਇਸੇ ਕਰਕੇ ਬਹੁਤ ਸਾਰੇ ਲੋਕਾਂ ਨੇ WhatsApp ਦੀ ਇਸ ਨਵੀਂ ਨੀਤੀ ਨੂੰ ਆਪਣੀ ਸਹਿਮਤੀ ਨਹੀਂ ਦਿੱਤੀ ਅਤੇ ਬਹੁਤੇ ਲੋਕੀ ਤਾਂ WhatsApp ਛੱਡਣ ਵੀ ਲੱਗ ਪਏ ਸੀ। WhatsApp ਛੱਡ ਕੇ ਇੱਕ ਸਿਗਨਲ ਨਾਂ ਦੀ ਨਵੀਂ ਐਪਲੀਕੇਸ਼ਨ ਆ ਗਈ ਸੀ, ਲੋਕੀ ਉਹਦੇ ਵੱਲ ਤੁਰਨ ਲੱਗ ਪਏ ਸੀ ਕਿ WhatsApp ਛੱਡ ਹੀ ਦਿੰਦੇ ਆ, ਜੇ ਇਹੋ ਜਿਹਾ ਖਤਰਾ ਸਾਡੀਆਂ ਤਸਵੀਰਾਂ ਜਾਂ ਹੋਰ ਸਾਡੀਆਂ ਜਾਣਕਾਰੀਆਂ ਨੂੰ ਹੋਊਗਾ ਤਾਂ WhatsApp ਛੱਡ ਹੀ ਦਿੰਦੇ ਆ। ਬਹੁਤ ਸਾਰੇ ਲੋਕਾਂ ਨੇ ਅਜਿਹਾ ਸੋਚ ਲਿਆ ਸੀ। ਇਸੇ ਚੀਜ਼ ਨੂੰ ਵੇਖਦੇ ਹਾਂ WhatsApp ਵਾਲਿਆਂ ਨੇ ਹਾਲ ਦੀ ਘੜੀ ਆਪਣੀ ਨੀਤੀ ਟਾਲੀ ਜਾਂ ਉਹਨਾਂ ਨੂੰ ਟਾਲਣੀ ਪੈ ਗਈ। ਹੁਣ ਨਾਲ ਦੀ ਨਾਲ ਇੱਥੇ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਮਾਰਕੀਟ ਦੇ ਵਿੱਚ ਜਦੋਂ ਇੱਕੋ ਹੀ ਕੰਪਨੀ ਬਹੁਤ ਜ਼ਿਆਦਾ ਤਾਕਤਵਰ ਹੋਣ ਲੱਗ ਪਵੇ ਤਾਂ ਫਿਰ ਇਹੋ ਜਿਹੀਆਂ ਨੀਤੀਆਂ ਉਹ ਬਣਾਉਂਦੇ ਹੁੰਦੇ ਆ। ਇੱਕੋ ਕੰਪਨੀ ਦਾ ਤਾਕਤਵਰ ਹੋ ਜਾਣਾ ਚੰਗਾ ਨਹੀਂ ਹੁੰਦਾ, ਇਹ ਮਾੜਾ ਹੀ ਹੁੰਦਾ ਅਤੇ ਉਹਦਾ ਇਹ ਨਤੀਜਾ ਹੁੰਦਾ ਕਿ ਇਹੋ ਜਿਹੀਆਂ ਨੀਤੀਆਂ ਕੰਪਨੀ ਲੋਕਾਂ ਦੇ ਉੱਪਰ ਠੋਸਣਾ ਸ਼ੁਰੂ ਕਰ ਦਿੰਦੀ ਹੈ। ਹੁਣ ਪਿਛਲੇ 10 ਸਾਲਾਂ ਤੋਂ Facebook ਬਹੁਤ ਵੱਡੇ ਪੱਧਰ ਉੱਤੇ ਤਾਕਤਵਰ ਹੋਈ ਹੈ ਕਿ Facebook ਦੇ ਕੋਲ ਪਹਿਲਾਂ ਮੈਸੇਂਜਰ ਸੀ, Facebook ਮੈਸੇਂਜਰ ਤੋਂ ਬਾਅਦ ਉਹਨਾਂ ਨੇ WhatsApp ਨੂੰ ਵੀ ਖਰੀਦਿਆ, ਫਿਰ Instagram ਨੂੰ ਵੀ ਖਰੀਦ ਲਿਆ। ਹੁਣ ਇਹ ਸਾਰੇ Facebook ਦਾ ਹੀ ਹਿੱਸਾ ਆ ਅਤੇ Facebook ਦੇ ਨਾਲ ਹੀ ਚੱਲਦੇ ਆ। ਇਸ ਲਈ ਤੁਸੀਂ ਜਦੋਂ ਵੀ ਕਦੀ WhatsApp ਔਨ ਕਰੋ ਜਾਂ Instagram ਔਨ ਕਰੋ ਤਾਂ ਤੁਹਾਨੂੰ ਪਹਿਲਾਂ ਮੂਹਰੇ ਲਿਖਿਆ ਆਊਗਾ ਫਰੋਮ Facebook, ਯਾਨੀ ਇਹ Facebook ਦਾ ਹੀ ਹਿੱਸਾ ਬਣ ਚੁੱਕੇ ਆ। ਹੁਣ ਜਦੋਂ Facebook ਦਾ ਘਰ ਅਤੇ ਘੇਰਾ ਇੰਨਾ ਮਜ਼ਬੂਤ ਹੋ ਗਿਆ ਤਾਂ ਉਹਨਾਂ ਨੇ ਸੁਭਾਵਿਕ ਆ ਕਿ ਆਪਣੇ ਮਨ ਮੁਤਾਬਕ ਨੀਤੀਆਂ ਬਣਾਉਣੀਆਂ ਹੀ ਸੀ ਅਤੇ ਉਸੇ ਦਾ ਨਤੀਜਾ ਸੀ ਇਹ WhatsApp ਦੀ ਨਵੀਂ ਪ੍ਰਾਈਵੇਸੀ ਪਾਲਿਸੀ। ਕਿਉਂਕਿ ਜਦੋਂ Facebook ਵਾਲਿਆਂ ਨੇ ਸਾਲ 2014 ਵਿੱਚ
WhatsApp ਨੂੰ ਖਰੀਦਿਆ ਸੀ ਤਾਂ ਉਹਨਾਂ ਨੇ ਇਸ ਖਰੀਦ ਦੇ ਉੱਪਰ $22 ਮਿਲੀਅਨ ਖਰਚ ਕੀਤੇ ਸੀ। ਹੁਣ ਐਡਾ ਵੱਡਾ ਖਰਚਾ ਕਰਕੇ ਜਿਨ੍ਹਾਂ ਨੇ WhatsApp ਨੂੰ ਖਰੀਦਿਆ, ਉਹ ਖਰਚਾ ਉਹਨਾਂ ਨੇ ਰਿਕਵਰ ਵੀ ਕਰਨਾ ਸੀ, ਉਹ ਪੈਸਾ ਵਾਪਸ ਵੀ ਹਾਸਲ ਕਰਨਾ ਸੀ। ਇਸ ਲਈ ਉਹਨਾਂ ਨੇ ਹੁਣ WhatsApp ਨੂੰ ਵਰਤਣਾ ਸ਼ੁਰੂ ਕੀਤਾ ਹੈ ਤਾਂ ਕਿ ਲੋਕਾਂ ਦੇ ਡੇਟਾ ਦੇ ਰਾਹੀਂ ਉਹਨਾਂ ਨੂੰ ਮਨਪਸੰਦੀਦਾ ਐਡਵਰਟਾਈਜ਼ਮੈਂਟ, ਇਸ਼ਤਿਹਾਰ ਵਿਖਾਏ ਜਾ ਸਕਣ। ਗੱਲ ਸਾਰੀ ਐਡਵਰਟਾਈਜ਼ਮੈਂਟ ਦੀ ਹੈ, ਇਸ਼ਤਿਹਾਰਾਂ ਦੀ ਹੈ, ਪੈਸਾ ਕਮਾਉਣ ਦੀ ਹੈ। ਕਿਉਂਕਿ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਜੋ ਵੀ ਪੋਸਟ ਪਾਉਂਦੇ ਆ ਜਾਂ ਜੋ ਵੀ ਮੈਸੇਜ ਪਾਉਂਦੇ ਆ, ਵੈਸੇ ਤਾਂ ਸੋਸ਼ਲ ਮੀਡੀਆ ਦੀਆਂ ਕੰਪਨੀਆਂ ਇਹ ਕਹਿੰਦੀਆਂ ਹੈ ਕਿ ਉਹ ਮੈਸੇਜ ਨਹੀਂ ਪੜ੍ਹਦੇ ਜਾਂ ਪੋਸਟ ਕਿਸੇ ਦੀ ਨਹੀਂ ਵੇਖਦੇ, ਪਰ ਉਹ ਜ਼ਰੂਰ ਉਹਨਾਂ ਦਾ ਧਿਆਨ ਇਸ ਗੱਲ ਵੱਲ ਜਾਂਦਾ ਕਿ ਇਸ ਬੰਦੇ ਦਾ ਰੁਝਾਨ ਕੀ ਆ, ਇਹਦਾ ਇੰਟਰਸਟ ਕੀ ਆ, ਇਹਦੀ ਕਿਸ ਚੀਜ਼ ਦੇ ਵਿੱਚ ਦਿਲਚਸਪੀ ਆ। ਤਾਂ ਹੀ ਤੁਸੀਂ ਨੋਟ ਕਰਿਓ ਕਿ ਤੁਸੀਂ ਜਿਹੜੀ ਵੀ ਚੀਜ਼ ਸਰਚ ਇੰਜਨ ਦੇ ਵਿੱਚ ਸਰਚ ਕਰਦੇ ਆ ਜਾਂ ਜਿਹੜੀ ਵੀ ਚੀਜ਼ ਦੀ ਪੋਸਟ ਪਾਉਂਦੇ ਆ ਜਾਂ ਮੈਸੇਜ ਦੇ ਵਿੱਚ ਜਿਹੜਾ ਸ਼ਬਦ ਤੁਹਾਡਾ ਵਾਰ-ਵਾਰ ਆਉਂਦਾ, ਉਸੇ ਨਾਲ ਸੰਬੰਧਿਤ ਐਡਵਰਟਾਈਜ਼ਮੈਂਟ ਤੁਹਾਨੂੰ ਆਪਣੀ ਸਕਰੀਨ ਦੇ ਉੱਪਰ ਵਿਖਾਈ ਦੇਣਗੀਆਂ, ਕੰਪਿਊਟਰ ਦੇ ਉੱਪਰ ਜਾਂ ਮੋਬਾਈਲ ਦੇ ਉੱਪਰ। ਇਹਦਾ ਮਤਲਬ ਇਹ ਹੈ ਕਿ ਕੰਪਨੀ ਵਾਲਿਆਂ ਨੂੰ ਪਤਾ ਹੁੰਦਾ ਆ ਕਿ ਤੁਹਾਡਾ ਰੁਝਾਨ ਕਿੱਧਰ ਨੂੰ ਆ, ਤੁਹਾਡੀ ਕੀ ਦਿਲਚਸਪੀ ਹੈ, ਤਾਂ ਹੀ ਉਹਦੇ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ ਤੁਹਾਨੂੰ ਆਪਣੀ ਸਕਰੀਨ ਦੇ ਉੱਪਰ ਐਡਵਰਟਾਈਜ਼ਮੈਂਟ ਦੇ ਰੂਪ ਵਿੱਚ ਉਹ ਵਿਖਾਉਂਦੇ ਆ। ਇਹਦਾ ਮਤਲਬ ਮੈਸੇਜ ਉਹ ਭਾਵੇਂ ਪੜ੍ਹਨ ਨਾ ਪੜ੍ਹਨ, ਪਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੋ ਸਾਡਾ ਵਰਤੋਂਕਾਰ ਆ, ਜੋ ਸਾਡਾ ਯੂਜ਼ਰ ਆ, ਉਹਦਾ ਰੁਝਾਨ ਕੀ ਹੈ। ਹੁਣ ਇੱਕ ਹੋਰ ਖਤਰੇ ਵਾਲੀ ਗੱਲ ਇਹ ਵੀ ਹੈ ਕਿ ਜੇ ਇਸ ਤਰ੍ਹਾਂ ਸਾਡੇ ਮੈਸੇਜਸ, ਸਾਡੀ ਪਸੰਦ ਨਾਪਸੰਦ, ਸਾਡੇ ਡਾਕੂਮੈਂਟ, ਸਾਡੀਆਂ ਹੋਰ ਜਾਣਕਾਰੀਆਂ ਕੰਪਨੀਆਂ ਤੱਕ ਪਹੁੰਚਣ ਲੱਗ ਪਈਆਂ, ਤਾਂ ਇਹ ਉਹੀ ਕੰਪਨੀਆਂ ਆ ਜਿਹੜੀਆਂ ਆਪਣਾ ਕਾਰੋਬਾਰ ਚਲਾਉਣ ਦੇ ਲਈ, ਇੱਕ ਦੇਸ਼ ਵਿੱਚ ਆਪਣਾ ਕਾਰੋਬਾਰ ਅੱਗੇ ਵਧਾਉਣ ਦੇ ਲਈ ਉਹ ਜਾਣਕਾਰੀ ਗਾਂਹ ਸਰਕਾਰ ਤੱਕ ਜਾਂ ਸਿਆਸੀ ਪਾਰਟੀਆਂ ਤੱਕ ਵੀ ਭੇਜ ਸਕਦੀਆਂ। ਜੇ ਲੋਕਾਂ ਦੀ ਪਸੰਦ ਨਾਪਸੰਦ ਸਿਆਸੀ ਪਾਰਟੀਆਂ ਤੱਕ, ਸਰਕਾਰਾਂ ਤੱਕ ਪਹੁੰਚਣ ਲੱਗ ਪਈ ਤਾਂ ਇਸ ਚੀਜ਼ ਦਾ ਸਿਆਸੀਕਰਨ ਵੀ ਹੋ ਸਕਦਾ ਹੈ। ਅਤੇ ਜੋ ਖਤਰਾ ਸਿਰਫ ਲੋਕਾਂ ਦੀ ਪ੍ਰਾਈਵੇਸੀ ਨੂੰ ਸੀ, ਉਹੀ ਖਤਰਾ ਡੈਮੋਕ੍ਰੇਸੀ ਨੂੰ ਵੀ ਹੋ ਸਕਦਾ ਹੈ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਵੀ ਵੱਡੇ ਪੱਧਰ ਉੱਤੇ ਖਤਰਾ ਪਹੁੰਚ ਸਕਦਾ ਹੈ। ਇਸ ਲਈ ਮੈਂ ਐਪੀਸੋਡ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਇਹ ਕੋਈ ਛੋਟੀ ਜਿਹੀ ਗੱਲ ਨਹੀਂ, ਇੱਕ ਬਹੁਤ ਵੱਡਾ ਮਸਲਾ ਹੈ ਜਿਹਦੇ ਬਾਰੇ ਹਰ ਇੱਕ ਨੂੰ ਚੇਤੰਨ ਹੋਣਾ ਪੈਣਾ। ਇਸ ਵੇਲੇ ਸੋਸ਼ਲ ਮੀਡੀਆ ਦੀ ਜੋ ਮਾਰਕੀਟ ਹੈ ਉਹਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਵੇਲੇ ਪ੍ਰਮੁੱਖ ਤੌਰ 'ਤੇ ਦੋ ਹੀ ਕੰਪਨੀਆਂ ਆ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਰਾਜ ਕਰ ਰਹੀਆਂ। ਇੱਕ ਤਾਂ ਹੈ ਗੂਗਲ ਅਤੇ ਗੂਗਲ ਦੇ ਮੂਹਰੇ ਆ ਫੇਸਬੁੱਕ। ਗੂਗਲ ਦੇ ਨਾਲ YouTube ਹੈ ਅਤੇ ਦੂਜੇ ਬੰਨੇ ਫੇਸਬੁੱਕ ਦੇ ਨਾਲ WhatsApp, ਮੈਸੇਂਜਰ ਅਤੇ ਇੰਸਟਾਗ੍ਰਾਮ ਇਕੱਠੇ ਆ। ਸੋ ਇਹ ਦੋ ਧਿਰਾਂ ਆ ਜੋ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਰਾਜ ਕਰ ਰਹੀਆਂ, ਕਿਉਂਕਿ ਗੂਗਲ ਅਤੇ YouTube ਇੱਕ ਪਾਸੇ ਆ ਅਤੇ ਫੇਸਬੁੱਕ, ਇੰਸਟਾਗ੍ਰਾਮ, ਮੈਸੇਂਜਰ ਅਤੇ WhatsApp ਇਹ ਇੱਕ ਪਾਸੇ ਆ। ਇਸ ਕਰਕੇ ਇਹਨਾਂ ਦੀ ਆਪਸ 'ਚ ਮੁਕਾਬਲੇਬਾਜ਼ੀ ਵੀ ਚੱਲਦੀ ਹੈ। ਇਸ ਲਈ ਨੋਟ ਕਰਿਓ ਕਿ ਜਦੋਂ ਵੀ ਤੁਸੀਂ YouTube ਦਾ ਕੋਈ ਲਿੰਕ ਫੇਸਬੁੱਕ ਦੇ ਉੱਪਰ ਸ਼ੇਅਰ ਕਰਦੇ ਆ ਤਾਂ ਉਹਦੀ ਪਹੁੰਚ ਜ਼ਿਆਦਾ ਲੋਕਾਂ ਤੱਕ ਨਹੀਂ ਪਹੁੰਚਦੀ। ਫੇਸਬੁੱਕ ਵਾਲੇ YouTube ਨੂੰ ਜ਼ਿਆਦਾ ਪ੍ਰਮੋਟ ਨਹੀਂ ਕਰਦੇ ਕਿਉਂਕਿ ਉਹ ਗੂਗਲ ਦੇ ਨਾਲ ਹੈ, ਉਹਨਾਂ ਦੇ ਸਾਹਮਣੇ ਵਾਲੀ ਧਿਰ ਹੈ, ਇਸ ਕਰਕੇ ਫਰਕ ਤਾਂ ਪੈਂਦਾ। ਇਹਨਾਂ ਦੋਹਾਂ ਧਿਰਾਂ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਮਾਰਕੀਟ 'ਚ ਹੋਰ ਕੋਈ ਵੱਡੀ ਧਿਰ ਇਸ ਵੇਲੇ ਨਹੀਂ ਹੈਗੀ। ਇਸੇ ਕਰਕੇ ਇਹ ਧਿਰਾਂ ਬਹੁਤ ਮਜ਼ਬੂਤ ਆ, ਦੋਵੇਂ ਧਿਰਾਂ ਤਕੜੀਆਂ ਆ। ਇਸੇ ਕਰਕੇ ਉਹ ਆਪਣੇ ਮਨ ਮੁਤਾਬਕ ਮਨਪਸੰਦ ਦੀਆਂ ਪਾਲਿਸੀਜ਼, ਪ੍ਰਾਈਵੇਸੀ ਪਾਲਿਸੀਜ਼ ਅਤੇ ਸੈਟਿੰਗਸ ਥੋੜ੍ਹੇ ਸਮੇਂ ਬਾਅਦ ਬਦਲਦੇ ਰਹਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕ ਉਹਨਾਂ ਦੇ ਇੰਨੇ ਆਦੀ ਹੋ ਚੁੱਕੇ ਆ ਕਿ ਉਹਨਾਂ ਨੂੰ ਛੱਡ ਕੇ ਛੇਤੀ ਕਿਤੇ ਦੂਜੇ ਪਾਸੇ ਨਹੀਂ ਜਾਣ ਲੱਗੇ। ਜਿੰਨੀ ਉਹਨਾਂ ਨੂੰ ਆਦਤ ਉਹਨਾਂ ਨੇ ਪਾਤੀ ਆਪਣੀ ਐਪ ਯੂਜ਼ ਕਰਨ ਦੀ, ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਯੂਜ਼ ਕਰਨ ਦੀ, ਲੋਕਾਂ ਨੂੰ ਕਿਤੇ ਹੋਰ ਜਾਣਾ ਸੌਖਾ ਨਹੀਂ ਹੋਊਗਾ। ਇਸੇ ਲਈ ਇਹ ਕੰਪਨੀਆਂ ਵਾਲੇ ਸਮੇਂ ਉੱਪਰ ਆਪਣੀ ਐਪ ਨੂੰ ਅਪਡੇਟ ਕਰਦੇ ਰਹਿੰਦੇ ਆ, ਨਵੀਂ ਪੋਲਿਸੀ ਕੱਢਦੇ ਰਹਿੰਦੇ ਆ। ਪ੍ਰਾਈਵੇਸੀ ਪੋਲਿਸੀ ਸਾਡੇ ਸਕਰੀਨ ਦੇ ਉੱਪਰ ਰੱਖ ਦਿੰਦੇ ਆ ਅਤੇ ਕਹਿੰਦੇ ਕਿ ਇਹਦੇ ਨਾਲ ਐਗਰੀ ਹੋ ਜਾਓ ਅਤੇ ਸਾਡੀ ਐਪ ਵਰਤਦੇ ਰਹੋ, ਅਤੇ ਆਪਾਂ ਵੀ ਅੱਖਾਂ ਬੰਦ ਕਰਕੇ ਐਗਰੀ ਦਾ ਬਟਨ ਦੱਬਣ ਦੀ ਕਰਦੇ ਹਾਂ। ਪੜ੍ਹਦੇ ਨਹੀਂ ਕਿ ਉੱਪਰ ਕੀ ਲਿਖਿਆ ਹੁੰਦਾ, ਕਿਹੜੀਆਂ ਸ਼ਰਤਾਂ ਉਹ ਸਾਡੇ ਮੂਹਰੇ ਰੱਖੀ ਜਾਂਦੇ ਆ ਅਤੇ ਸਾਨੂੰ ਬਿਨਾਂ ਇੱਕ ਤਰ੍ਹਾਂ ਦੇ ਨਾਲ ਸਮਝਾਏ ਸਾਡੀ ਸਹਿਮਤੀ ਵੀ ਲੈ ਲੈਂਦੇ ਆ। WhatsApp ਦੀ ਜੋ ਨਵੀਂ ਪ੍ਰਾਈਵੇਸੀ ਪੋਲਿਸੀ ਆਈ ਸੀ ਅਤੇ ਰੌਲੇ ਤੋਂ ਬਾਅਦ ਜਿਹਨੂੰ ਹੁਣ ਟਾਲ ਦਿੱਤਾ ਗਿਆ, ਉਹ ਵੀ ਇਸੇ ਲੜੀ ਦਾ ਇੱਕ ਹਿੱਸਾ ਸੀ। ਇਸੇ ਗੱਲ ਦਾ ਨਤੀਜਾ ਸੀ ਕਿ ਅਸੀਂ ਫਟਾਫਟ ਬਿਨਾਂ ਸੋਚੇ ਸਮਝੇ, ਆਦਤ ਤੋਂ ਮਜਬੂਰ ਹੋ ਕੇ ਐਗਰੀ ਦਾ ਬਟਨ ਦੱਬ ਦਿੰਦੇ ਹਾਂ ਅਤੇ ਸੋਚਦੇ ਸਮਝਦੇ ਪੜ੍ਹਦੇ ਨਹੀਂ ਕਿ ਇਹਦਾ ਕੀ ਨੁਕਸਾਨ ਵੀ ਹੋ ਸਕਦਾ ਹੈ। ਦਰਅਸਲ ਮਨੁੱਖੀ ਸੁਭਾਅ ਬਣ ਚੁੱਕਿਆ ਕਿ ਅਸੀਂ ਮੋਬਾਈਲ ਜਾਂ ਕੰਪਿਊਟਰ ਦੀ ਵਰਤੋਂ ਕਰਦੇ ਵੇਲੇ ਜਦੋਂ ਵੀ ਕਿਸੇ ਐਪ ਨੂੰ ਇੰਸਟਾਲ ਕਰਨਾ ਹੁੰਦਾ ਉਹਦੇ ਨੇਮ ਕਾਨੂੰਨ ਸ਼ਰਤਾਂ ਨਹੀਂ ਪੜ੍ਹਦੇ, ਫਟਾਫਟ ਐਗਰੀ ਦਾ ਬਟਨ ਦੱਬ ਕੇ ਇੰਸਟਾਲ ਕਰਨ ਦੀ ਕਰਦੇ ਹਾਂ। ਅਤੇ ਲੋਕਾਂ ਦੀ ਇਸੇ ਆਦਤ ਦਾ ਨਤੀਜਾ ਇਹ ਕੰਪਨੀਆਂ ਵਾਲੇ ਲੈਂਦੇ ਆ। ਪਹਿਲੀ ਗੱਲ ਤਾਂ ਟਰਮਸ ਐਂਡ ਕੰਡੀਸ਼ਨਸ ਨੂੰ, ਨੇਮ ਕਾਨੂੰਨ ਨੂੰ ਬਹੁਤ ਬਰੀਕ ਅੱਖਰਾਂ ਵਿੱਚ ਲਿਖ ਕੇ ਅਤੇ ਹੇਠਾਂ ਐਗਰੀ ਦਾ ਬਟਨ ਬਹੁਤ ਮੋਟਾ ਦਬਾਉਂਦੇ ਆ ਤਾਂ ਕਿ ਲੋਕਾਂ ਦਾ ਧਿਆਨ ਸਿੱਧਾ ਐਗਰੀ ਵਾਲੇ ਬਟਨ ਉੱਤੇ ਪਵੇ ਅਤੇ ਉਹਨੂੰ ਸਹਿਮਤੀ ਦੇ ਕੇ ਫਟਾਫਟ ਐਪ ਇੰਸਟਾਲ ਕਰ ਲੈਣ, ਹੋਰ ਕੁਝ ਪੜ੍ਹਨ ਸੁਣਨ ਨਾ ਸਮਝਣ। ਸੋ ਇਸ ਪੂਰੇ ਘਟਨਾਕ੍ਰਮ ਤੋਂ ਅਸੀਂ ਇਹ ਸਬਕ ਜ਼ਰੂਰ ਲੈਣਾ ਹੈ ਕਿ ਕੋਈ ਵੀ ਐਪ ਇੰਸਟਾਲ ਕਰਨ ਤੋਂ ਪਹਿਲਾਂ, ਕਿਸੇ ਵੀ ਐਪ ਨੂੰ ਆਪਣਾ ਐਗਰੀਮੈਂਟ, ਆਪਣੀ ਸਹਿਮਤੀ ਦੇਣ ਤੋਂ ਪਹਿਲਾਂ ਥੋੜ੍ਹਾ ਜਿਹਾ ਪੜ੍ਹੀਏ, ਜਾਣੀਏ ਜ਼ਰੂਰ ਕਿ ਉੱਪਰ ਲਿਖਿਆ ਕੀ ਹੈ। ਜਿਸ ਚੀਜ਼ ਲਈ ਅਸੀਂ ਐਗਰੀ ਹੋਣ ਲੱਗੇ ਹਾਂ ਉਹ ਚੀਜ਼ ਹੈ ਕੀ,
ਉਹਦਾ ਕੀ ਖਤਰਾ ਹੈ, ਕੀ ਫਾਇਦਾ ਹੈ, ਕੀ ਨੁਕਸਾਨ ਹੈ, ਇਹ ਪਤਾ ਹੋਣਾ ਬੇਹੱਦ ਜ਼ਰੂਰੀ ਹੈ। WhatsApp ਦੇ ਪੱਖ ਵਿੱਚ ਹਾਲੇ ਵੀ ਇੱਕ ਗੱਲ ਇਹ ਜਾਂਦੀ ਹੈ ਕਿ WhatsApp ਦੇ ਉੱਪਰ ਜੋ ਮੈਸੇਜ ਕਰਦੇ ਆ, ਜੋ ਮੈਸੇਜਿੰਗ ਹੁੰਦੀ ਹੈ, ਉਹ ਹਾਲੇ ਵੀ ਬਾਕੀ ਐਪਲੀਕੇਸ਼ਨਸ ਦੇ ਨਾਲੋਂ ਕਾਫੀ ਸੁਰੱਖਿਅਤ ਮੰਨੀ ਜਾ ਸਕਦੀ ਹੈ, ਕਿਉਂਕਿ ਉਹਦਾ ਕਾਰਨ ਹੈ ਇਨਕ੍ਰਿਪਸ਼ਨ। WhatsApp ਦੇ ਉੱਪਰ ਜਦੋਂ ਵੀ ਤੁਸੀਂ ਪਹਿਲੀ ਵਾਰੀ ਕਿਸੇ ਨੂੰ ਮੈਸੇਜ ਕਰਦੇ ਆ ਤਾਂ ਉੱਪਰ ਲਿਖਿਆ ਜ਼ਰੂਰ ਆਉਂਦਾ ਹੈ ਕਿ ਦਿਸ ਮੈਸੇਜ ਇਜ਼ ਐਂਡ ਟੂ ਐਂਡ ਐਨਕ੍ਰਿਪਟਡ। ਐਨਕ੍ਰਿਪਟਡ ਦਾ ਭਾਵ ਇਹ ਹੈ ਕਿ ਇਹਨੂੰ ਕੋਈ ਤੀਜੀ ਪਾਰਟੀ ਜਾਂ ਤੀਜਾ ਬੰਦਾ ਪੜ੍ਹ ਵੇਖ ਨਹੀਂ ਸਕਦਾ। ਦੂਜੇ ਬੰਨੇ ਫੇਸਬੁੱਕ ਦਾ ਮੈਸੇਂਜਰ ਅਤੇ ਇੰਸਟਾਗ੍ਰਾਮ ਦਾ ਮੈਸੇਂਜਰ, ਉੱਥੇ ਜੋ ਮੈਸੇਜ ਹੁੰਦੇ ਆ ਉਹਨਾਂ ਉੱਪਰ ਇਨਕ੍ਰਿਪਸ਼ਨ ਲਾਗੂ ਨਹੀਂ ਹੁੰਦੀ। ਇਨਕ੍ਰਿਪਸ਼ਨ ਪੱਖੋਂ ਜੇ ਵੇਖਿਆ ਜਾਏ ਤਾਂ ਮੈਸੇਜ WhatsApp ਦੇ ਮੁਕਾਬਲੇ ਥੋੜ੍ਹਾ ਘੱਟ ਸੁਰੱਖਿਅਤ ਹੁੰਦਾ ਹੈ। ਇਹ ਵੀ ਇੱਕ ਕਾਰਨ ਸੀ ਕਿ ਲੋਕੀ ਇੰਨੀ ਵੱਡੀ ਗਿਣਤੀ ਵਿੱਚ WhatsApp ਦੇ ਨਾਲ ਜੁੜੇ ਹੋਏ ਆ। ਆਸ ਕਰਦੇ ਹਾਂ ਕਿ ਅੱਜ ਦੇ ਇਸ ਐਪੀਸੋਡ ਰਾਹੀਂ ਸਾਡੇ ਦਰਸ਼ਕਾਂ ਨੂੰ ਕਾਫੀ ਜਾਣਕਾਰੀ ਮਿਲੀ ਹੋਊਗੀ ਕਿ WhatsApp, Facebook, Instagram, Google, YouTube ਇਹ ਸਾਰੇ ਕਿਵੇਂ ਆਪਣੀਆਂ ਨੀਤੀਆਂ ਬਣਾਉਂਦੇ ਆ ਅਤੇ ਲੋਕਾਂ ਨੂੰ ਕਿਵੇਂ ਸੋਚ ਸਮਝ ਕੇ ਚੰਗੀ ਤਰ੍ਹਾਂ ਆਪਣੀ ਸਹਿਮਤੀ ਦੇਣੀ ਚਾਹੀਦੀ ਹੈ। ਕਿਸੇ ਵੀ ਐਪ ਨੂੰ ਜਾਂ ਅਪਡੇਟ ਨੂੰ ਅੱਖਾਂ ਬੰਦ ਕਰਕੇ ਇੰਸਟਾਲ ਜਾਂ ਐਗਰੀਮੈਂਟ ਆਪਣਾ ਨਹੀਂ ਦੇਣਾ ਚਾਹੀਦਾ। ਚੰਗੀ ਤਰ੍ਹਾਂ ਸਮਝ ਕੇ ਇਸ ਪਾਸੇ ਤੁਰਿਆ ਜਾਵੇ, ਕਿਉਂਕਿ ਕੋਈ ਨਹੀਂ ਚਾਹੂਗਾ ਕਿ ਉਹਦਾ ਨਿੱਜੀ ਡੇਟਾ, ਉਹਦੀਆਂ ਪ੍ਰਾਈਵੇਟ ਫੋਟੋਜ਼ ਜਾਂ ਡਾਕੂਮੈਂਟਸ ਕਿਸੇ ਤੀਜੀ ਪਾਰਟੀ ਦੇ ਕੋਲ ਪਹੁੰਚਣ, ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਸਾਈਬਰ ਸੁਰੱਖਿਆ ਤੇ ਸਾਈਬਰ ਪ੍ਰਾਈਵੇਸੀ ਇੱਕ ਬਹੁਤ ਅਹਿਮ ਚੀਜ਼ ਬਣ ਚੁੱਕੀ ਹੈ। ਜੇ ਤੁਹਾਨੂੰ ਅੱਜ ਦੇ ਐਪੀਸੋਡ ਵਿੱਚ ਦੱਸੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਆਪਣੇ ਆਲੇ ਦੁਆਲੇ ਹੋਰਨਾਂ ਲੋਕਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਓ, ਸਾਂਝਾ ਕਰਿਓ, ਕਿਉਂਕਿ WhatsApp ਆਪਾਂ ਸਾਰੇ ਚਲਾਉਂਦੇ ਆ ਅਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਇਹ ਹੇਠਾਂ ਕਮੈਂਟਸ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਤੁਹਾਡੇ ਵਿਚਾਰਾਂ ਦੀ, ਤੁਹਾਡੇ ਕਮੈਂਟਸ ਦੀ ਹਮੇਸ਼ਾ ਵਾਂਗ ਸਾਨੂੰ ਉਡੀਕ ਰਹੂਗੀ। ਤੇ ਅੱਜ ਦਾ ਇਹ ਐਪੀਸੋਡ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।